हाल तुसीं देख रहे हो डेली पोस्ट पंजाबी। मैं हाँ मनदीप कौर संधू। 26 नवंबर ਨੂੰ ਤੁਰੇ ਸੀ ਕਾਫਲੇ ਪੰਜਾਬ ਤੋਂ। ਜੋ ਹਾਲ ਉਸ ਦੌਰਾਨ ਹੋਇਆ ਸੀ, ਹਰਿਆਣਾ ਦੀ ਖੱਟੜ ਸਰਕਾਰ ਨੇ ਸਾਡੇ ਪੰਜਾਬੀਆਂ ਤੇ ਜੋ ਤਸ਼ੱਦਦ ਢਾਏ ਸੀ ਕਿ ਦਿੱਲੀ ਦੇ ਦਰਵਾਜ਼ੇ ਤੇ ਜਾਣ ਨਹੀਂ ਦੇਣੇ। पर ये पंजाबी ने, ये चढ़दी कला वाली कौम है ते ये दिल्ली दी बरूहां ते आके इस वेले बैठी हुई है। 36 दिन बीत गए ने दिल्ली दे दरवाज़ियां ते बैठे हुए नूं। 2 मंगां मनवा लियां ने ते 3 खेती काले कानून जिहड़े लागू कीते गए ने वो भी रद्द हो जाणगे। फतेह लैके जरूर जावांगे। इसे दौरान जदों वो नौजवान तुरे से उस काफले दे नाल तो कुछ नौजवान अजिहे सी जो विदेशी धरती तो अपने वतन वापस आए सी, पर जो अचानक शुरू होया तो इन्हां दा वापस परतन नूं दिल ही नहीं कीता। नौजवान मेरे ने हरजोत है ते नाल है गुरप्रीत सिंह। नौजवान मेरे नाल ने ते गल इन्हां दे नाल करदे आ ते इन्हां ने वो सारी पीड़ वो सारा दुख अपने पिंडे ते हंडाया है जदों ये दिल्ली दी बरूहां ते आके बैठे हुए सन। स्वागत है जी डेली पोस्ट पंजाबी पे। धन्यवाद जी। सारे देखने वाले दर्शकों को सत श्री अकाल। सुखजीत, जदों तुरे सी उथों पंजाब तो समा लगेगा? बिल्कुल सोच के चले सी, क्योंकि असीं 6-7 महीनों का सोच के चले सीगे जी। पर इन किरपा होगी कि इस तरीके दे नाल एडा बड़ा ये अंदोलन एक महाकुंभ का रूप धारण कर लेगा, ये नहीं पता सी। ये बिल्कुल वाहिगुरू की किरपा दे नाल ही सारा कुछ होएगा। अच्छा सुखजीत, दोस्तों ने दस्सिया कि तुहाडे घर बेटी हुई है। पहला तो मुबारकां तुहानू बेटी दियां। ते सुखजीत दा जिहड़ा हौसला देखो, घर च बेटी ने जन्म लिया है, हाले तक बेटी का मूँह देखन नहीं गया कि मेरे घर बच्ची की दात आई है तो मैं अपनी बच्ची का मूँह देखा। बाप नूं बड़ी खुशी ने जन्म लिया तो जाके देखा, पर सुखजीत कहते कि नहीं, किसान पहला ने तो किसानों का पुत भी हाँ, तो पहला फतेह करके अपनी बच्ची नूं जाके मिलांगा। सुखजीत, जो बच्ची के जन्म की खबर आई सी, किदन जन्म कदों होया सी? अज 15 दिन हो गए जी। तो बहुत खुशी हुई, पर चलो हुण इत्थे जिम्मेवारियां साडे ते इन्नियां ने कि चलो फोटा जा नहीं सकेगे। जावांगे, असी चाहुंदे हां कि एक लड़की का बाप होने के नाते कि असी उहदे सामने जाइए तो असी मान दे नाल जाइए कि असी किसी लड़ाई दे विच सी, असी जंग जित के आए हैं। और वो एक इतिहास बनूगा उहदे लई कि जदों मैं पैदा हुई सी कि साडे जिहड़े साडे नाल दे होर सारे साडा भाईचारा जिहड़ा एक लड़ाई दे विच, एक जंग दे मैदान दे विच सी। बिल्कुल। अच्छा, जो 25-26 नवंबर ਨੂੰ ਕਾਫਲੇ ਉੱਥੋਂ ਤੁਰਦੇ ਨੇ ਪੰਜਾਬ ਤੋਂ, ਹਿੱਸਾ ਤੁਸੀਂ ਬਣੇ ਹੋਏ ਸੀ ਉਦੋਂ ਹੀ ਨਾਲ, ਉਹ ਸਾਰਾ ਮੈਂ ਕਹਿੰਦੀ ਆ ਉਹ ਵਾਕਿਆ ਜ਼ਰੂਰ ਦੱਸੋ। ਜਦੋਂ ਤੁਸੀਂ ਖੜ ਕੇ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਤਸਵੀਰ ਵੀ ਦੇਖੀ ਆ, ਜਦੋਂ ਤੁਸੀਂ ਖੜ ਕੇ ਅੱਗੇ ਸਪੀਚ ਬੋਲ ਰਹੇ ਹੁੰਨੇ ਆ। ਹਾਂਜੀ ਜੀ, ਵੈਸੇ 24 ਨੂੰ ਚੱਲੇ ਸੀ ਅਸੀਂ, ਤਾਂ ਉਹ ਇੱਕ ਰਾਤ ਜਿਹੜੀ ਹੈਗੀ ਆ ਮਹਿਲਾ ਚੌਂਕ ਅਸੀਂ ਗੁਜ਼ਾਰੀ ਹੈਗੀ। ਸਾਰਿਆਂ ਨੇ ਇਕੱਠੇ ਹੋਏ ਆ ਉੱਥੇ ਮਹਿਲਾ ਚੌਂਕ। ਉੱਥੋਂ ਤਕਰੀਬਨ 2000 ਟਰੈਕਟਰ ਟਰਾਲੀ ਜਿਹੜੀ ਉਸ ਤੋਂ ਬਾਅਦ ਚੱਲੇ ਆ। ਫਿਰ ਸਾਨੂੰ ਟਹਾਣੇ ਬਾਰਡਰ ਦੇ ਉੱਤੇ ਆ ਕੇ ਰੋਕਿਆ ਗਿਆ ਤੇ 24 ਘੰਟੇ ਲੱਗੇ ਆ ਸਾਨੂੰ। ਫਿਰ ਅਸੀਂ ਉਹ ਬਾਰਡਰ ਤੋੜਿਆ ਸੀ ਜਦੋਂ, ਔਰ ਉਹ ਬਾਰਡਰ ਤੋੜ ਲਿਆ ਸੀ। ਉਹ ਚੀਜ਼ ਛੋਟੀ ਸੀ, ਔਰ ਉਸ ਤੋਂ ਬਾਅਦ ਜਿਹੜੀ ਮੇਨ ਲੜਾਈ ਹੈ ਸਾਡੀ ਸ਼ੁਰੂ ਹੋਈ। ਜਿਹੜੀ ਗੱਲ ਹੈਗੀ ਕਿ ਇੰਨੀ ਕਿ ਜਿਹੜੀ ਗੁਰੂ ਸਾਹਿਬ ਵੱਲੋਂ ਦਿੱਤੀ ਭਾਵਨਾ, ਸਪਿਰਿਟ ਜਿਹੜੀ ਉਹਨਾਂ ਲੋਕਾਂ ਦੇ ਵਿੱਚ ਮੈਂ ਦੇਖੀ ਕਿ ਬਜ਼ੁਰਗ ਲੋਕ ਵੀ, ਅਸੀਂ ਮੈਂ ਤੁਹਾਨੂੰ ਦੱਸਦਾ ਕਿ 60 ਤੋਂ 70 ਘੰਟੇ ਦਾ ਪੀਰੀਅਡ ਸੀ ਕਿ ਲੋਕਾਂ ਨੇ ਕੁਝ ਖਾਧਾ ਨਹੀਂ, ਆਰਾਮ ਨਹੀਂ ਕੀਤਾ। ਹਰ ਰੋਜ਼ 50-50 ਕਿਲੋਮੀਟਰ ਪੈਦਲ ਚੱਲਦੇ ਸੀ। ਔਰ ਇੰਨੀਆਂ ਕਿ ਜ਼ਿਆਦਾ ਜਿਹੜੀਆਂ ਹਰਡਲਸ ਇਹਨਾਂ ਨੇ, ਮੁਸੀਬਤਾਂ, ਮੁਸ਼ਕਲਾਂ ਸਾਡੇ ਰਾਸਤੇ ਦੇ ਵਿੱਚ ਪਾਈਆਂ ਸੀ ਕਿ ਰਾਸਤਿਆਂ ਦੇ ਵਿੱਚ ਦੇਖੋ ਐਡੇ ਐਡੇ ਵੱਡੇ ਟੋਏ ਪੱਟੇ ਹੁੰਦੇ ਸੀ ਕਿ 20-20 ਫੁੱਟ ਵੱਡੇ ਟੋਏ ਕਰੇਨਾਂ ਦੇ ਨਾਲ ਪੱਟੇ ਹੁੰਦੇ ਸੀ। ਇੱਕ ਦੋ ਇਨਸੀਡੈਂਟ ਵੀ ਹੋਏ ਆ ਉਹਨਾਂ ਚੀਜ਼ਾਂ ਦੇ ਕਰਕੇ ਕਿ ਪੱਥਰ ਦੇ ਵਿੱਚ ਇੱਕ ਟਰੈਕਟਰ ਲੱਗਣ ਦੇ ਨਾਲ ਇੱਕ ਲੜਕਾ ਸੀ, ਉਹਦੇ ਤੋਂ ਟਰੈਕਟਰ ਤੋਂ ਨੀਚੇ ਡਿੱਗ ਪਿਆ ਔਰ ਉਹਦੀ ਮੌਤ ਹੋ ਗਈ ਸੀ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਸਾਨੂੰ ਮਿਲੀਆਂ। ਤਾਂ ਜਦੋਂ ਅਸੀਂ ਉੱਥੋਂ ਬਾਰਡਰ ਤੋਂ ਲੰਘ ਕੇ ਆਏ ਆ, ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਹਰੀਆਂ ਪੱਗਾਂ ਬੰਨ੍ਹ ਕੇ, ਕੁਛ ਬੀਜੇਪੀ ਦੇ ਬੰਦੇ ਲਾ ਲਓ ਜਾਂ ਕੋਈ ਵੀ ਲਾ ਲਓ, ਸਰਕਾਰ ਦੇ ਬੰਦੇ ਸੀ, ਉਹਨਾਂ ਨੇ ਹਨੇਰੇ ਦੇ ਵਿੱਚ ਹਰੀਆਂ ਝੰਡੀਆਂ ਲੈ ਕੇ ਟਰੈਕਟਰਾਂ ਨੂੰ ਅਪਾਰਟ ਵੀ ਕਰਤਾ, ਅਲੱਗ ਵੀ ਕਰਤਾ। ਕਿ ਇੱਕ ਰਾਤ ਅਸੀਂ ਇੰਨੀ ਜ਼ਿਆਦਾ, ਉਹ ਰਾਤ ਕਦੇ ਜ਼ਿੰਦਗੀ 'ਚ ਭੁੱਲਾਂਗੇ ਨਹੀਂ ਕਿ ਅਸੀਂ ਅੱਡੋ ਅੱਡ ਹੋ ਗਏ ਸੀ। ਸਾਨੂੰ ਪਤਾ ਨਹੀਂ ਸੀ ਕਿ ਕੌਣ ਕਿੱਥੇ ਫਿਰ ਰਿਹਾ, ਕੌਣ ਕਿੱਥੇ। ਫੋਨ ਕਿਸੇ ਦਾ ਚਾਰਜ ਨਹੀਂ ਸੀ, ਸਭ ਕੁਝ ਬੰਦ ਸੀ। ਔਰ ਸਾਨੂੰ ਇੱਕ ਰਾਤ ਪੂਰੀ ਲੱਗੀ। ਅਸੀਂ ਦੁਬਾਰੇ ਇਕੱਠੇ ਹੋਏ ਹਾਂ ਜਦੋਂ
ਜਿਹੜਾ ਇਹ ਹਿਸਾਰ ਤੋਂ ਆਪਾਂ ਰੋਹਤਕ ਜਿਹੜਾ ਇਹ ਮੇਨ ਹਾਈਵੇ ਆ ਉੱਥੇ ਆ ਕੇ ਇਕੱਠੇ ਹੋਏ ਆਂਗੇ। ਤਾਂ ਉਹ ਇੱਕ ਰਾਤ ਸਾਰੀ ਜਿਹੜੀ ਸਟਰਗਲ ਦੇ ਵਿੱਚ ਕੱਢੀ ਹੈਗੀ, ਉਹ ਅਸੀਂ ਟੋਏ ਜਿਹੜੇ ਬੰਦ ਕੀਤੇ, ਅੰਦਰ ਦੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਉਹ ਰਾਤ ਮੈਂ ਕਹਿਣਾਗਾ ਸਾਡੇ ਲਈ ਇੱਕ ਇਤਿਹਾਸ ਬਣ ਗਈ ਹੈਗੀ। ਔਰ ਸਾਨੂੰ ਇੱਕ ਮਾਣ ਵੀ ਹੈਗਾ ਕਿ ਅਸੀਂ ਐਡਾ ਵੱਡਾ ਜਿਹੜਾ ਉਹ ਇੱਕ ਸੰਘਰਸ਼ ਦਾ ਸਾਡਾ ਰੂਪ ਸੀਗਾ ਉਹ ਅਸੀਂ ਲੈ ਕੇ ਲੰਘ ਕੇ ਆ ਗਏ ਹਾਂ ਇੱਥੇ। ਕੀ ਬਾਤ ਹੈ ਜੀ, ਤੁਸੀਂ ਵੀ ਨਾਲ ਸੀਗੇ ਤੇ ਉਦੋਂ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਹੋਏ ਹੋ, ਵਾਪਸ ਗਏ ਕਿ ਨਹੀਂ? ਹਾਂਜੀ ਮੈਮ, ਪਹਿਲੇ ਦਿਨ ਤੋਂ ਹੀ ਨਾਲ ਆਂਗੇ। ਅਸੀਂ ਵਿੱਚ ਦੀ 2 ਕੁ ਦਿਨ ਜਾ ਕੇ ਆਏ ਸੀਗੇ ਕੋਈ ਘਰੇਲੂ ਕੰਮਾਂ ਕਰਕੇ, ਪਰ ਫਿਰ ਤੋਂ ਦੁਬਾਰਾ ਵਾਪਸ ਇੱਥੇ ਹੀ ਆ ਗਏ ਉਹਦੇ ਦਿਨ। ਉਦੋਂ ਜੋ ਘਰ ਗਏ ਸੀ ਉੱਥੇ ਦਿਲ ਨਹੀਂ ਲੱਗਾ ਹੋਣਾ, ਦਿਲ ਤਾਂ ਕਰ ਦੇਣਾ ਕਿ ਨਹੀਂ ਅਸੀਂ ਦਿੱਲੀ ਪਹੁੰਚਦੇ ਹਾਂ ਕਿਉਂਕਿ ਇਹ ਸਾਡਾ ਵੱਡਾ ਇਤਿਹਾਸ ਹੈ, ਇਹਦਾ ਹਿੱਸਾ ਬਣਨਾ ਜ਼ਰੂਰੀ ਹੈ। ਹਾਂਜੀ, ਘਰ ਜਾ ਕੇ ਤਾਂ ਜੀ ਦਿਲ ਲੱਗਦਾ ਨਹੀਂ ਗਾ, ਕਿੱਥੇ ਇੰਨੇ ਰੌਣਕ ਲੱਗੀ ਆ, ਲੋਕਾਂ ਦੇ ਨਾਲ ਵਿਚਰਦੇ ਆ ਸਾਰਾ ਦਿਨ। ਘਰ ਜਾ ਕੇ ਸੁੰਨਾ ਸੁੰਨਾ ਲੱਗੀ ਜਾਂਦਾ ਆ ਆਪਦਾ ਘਰ ਹੀ, ਤਾਂ ਜ਼ਿਆਦਾਤਰ ਰਿਹਾ ਨਹੀਂ ਗਿਆ, ਫਿਰ ਵਾਪਸ ਆ ਗਏ ਇੱਥੇ। ਹਾਂਜੀ, ਤੁਸੀਂ ਹਰਜੋਤ ਗੱਲ ਤੁਹਾਡੇ ਨਾਲ ਕਰ ਲੈਂਦੇ ਆ ਕਿ ਉਹ ਪਹਿਲੇ ਦਿਨ ਤੋਂ ਹੀ ਲਗਾਤਾਰ ਡਟੇ ਹੋਏ ਹੋ, ਘਰਦਿਆਂ ਨੇ ਪਿੱਛੇ ਫੋਨ ਕੇ ਤੰਗ ਤਾਂ ਨਹੀਂ ਕੀਤਾ ਕਿ ਆ ਜਾਓ? ਨਹੀਂ ਘਰਦਿਆਂ ਨੇ ਨਹੀਂ, ਘਰਦੇ ਤਾਂ ਹੌਸਲਾ ਦਿੰਦੇ ਹੀ, ਕਹਿੰਦੇ ਜਿੱਤ ਕੀ ਮੁੜਿਓ, ਕਹਿੰਦੇ ਵੀ ਹਾਰਦੇ ਨੇ ਨਾ, ਕਿਉਂਕਿ 1 ਮਹੀਨਾ ਅਸੀਂ 24 ਦਿਨ ਤਾਂ ਰੇਲਵੇ ਲਾਈਨ ਤੇ ਰਹੇ ਆਂਗੇ ਬਾਈ ਜੀ, ਹਨਾ, ਤੇ ਅਸੀਂ ਦੋਨੇ ਰੇਲਵੇ ਲਾਈਨ ਤੇ ਡਟੇ ਹੋਏ। ਉਸ ਤੋਂ ਬਾਅਦ 35 ਦਿਨ ਸਾਨੂੰ ਇੱਥੇ ਮਿਲੇ। ਪਹਿਲਾਂ 1 ਮਹੀਨਾ ਉੱਥੇ ਪੰਜਾਬ 'ਚ ਵੀ ਲਗਾਤਾਰ ਡਟੇ ਹੋ, ਕੀ ਬਾਤਾਂ ਨੇ। ਪਹਿਲਾਂ ਪੰਜਾਬ ਦੇ ਵਿੱਚ ਡੇਰੇ ਲਾਏ ਸੀ, ਹੁਣ ਦਿੱਲੀ ਦੇ ਵਿੱਚ ਮੋਰਚੇ ਪੱਕੇ ਲਾਏ ਹੋਏ ਨੇ, ਜਿੰਤੇ ਜਿੱਤਦੇ ਨਹੀਂ ਅਸੀਂ ਇੱਥੋਂ ਜਾਂਦੇ ਨਹੀਂ, ਹਿਲਦੇ ਨਹੀਂ ਆ। ਤੁਹਾਡੀ ਗੱਲ ਕਰਦੇ ਆ ਕਿ ਜਦੋਂ ਘਰੋਂ ਫੋਨ ਆਇਆ ਕਿ ਬੇਟੀ ਦਾ ਜਨਮ ਹੋਇਆ ਆ, ਤੇ ਉਦੋਂ ਦਿਲ ਕੀਤਾ ਕਿ ਹਾਂ ਇੱਕ ਵਾਰੀ ਜਾ ਆਵਾਂ ਘਰੇ? ਨਹੀਂ ਦੇਖੋ, ਬਿਲਕੁਲ ਮਨ ਕਰਦਾ ਜੀ ਇਹਨਾਂ ਬੱਚੇ ਨੂੰ ਦੇਖ ਕੇ ਕਿ ਜਾਣਾ ਚਾਹੀਦਾ, ਭਾਵੁਕ ਵੀ ਹੋ ਗਏ ਸੀ। ਪਰ ਚਲੋ ਸਾਡਾ ਇਤਿਹਾਸ ਹੈ, ਇਹੀ ਤਾਂ ਚੀਜ਼ਾਂ ਨੇ ਕਿ ਇਹ ਸਿੱਖ ਇਤਿਹਾਸ ਹੈ ਕਿ ਬਿਨਾਂ ਗਰਦਨ ਤੋਂ ਵੀ ਲੜੇ ਹੋਏ ਆ ਅਸੀਂ ਲੋਕ। ਬੰਦਾ ਸਿੰਘ ਬਹਾਦਰ ਜਿਸ ਨੇ ਸਾਨੂੰ ਇਹਨਾਂ ਜ਼ਮੀਨਾਂ ਦੇ ਵਾਰਸ ਬਣਾਇਆ, ਉਸ ਦੇ ਬੱਚੇ ਦਾ ਕਾਲਜਾ ਤੱਕ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾਇਆ ਗਿਆ। ਆ ਹੁਣ ਪਿੱਛੇ ਸ਼ਹੀਦੀ ਹਫ਼ਤਾ ਲੰਘ ਕੇ ਗਿਆਗਾ, ਅਸੀਂ ਉਹਨਾਂ ਦੇ ਸਮਾਨ ਤਾਂ ਨਹੀਂ ਹੈਗੇਗੇ, ਪਰ ਪ੍ਰੇਰਨਾ ਸਾਨੂੰ ਉਹਨਾਂ ਤੋਂ ਮਿਲਦੀ ਹੈ ਕਿ ਜਿੱਥੇ ਇੰਨੀਆਂ ਕੁਰਬਾਨੀਆਂ ਸਾਡੇ ਲਈ ਕਿਸੇ ਨੇ ਦਿੱਤੀਆਂ ਨੇ, ਤਾਂ ਇਹ ਤਾਂ ਕੋਈ ਕੁਰਬਾਨੀ ਵੱਡੀ ਨਹੀਂ ਗੀ, ਸਾਰੇ ਪਰਿਵਾਰ ਉਹਨਾਂ ਕੋਲੇ ਹੈਗਾ, ਤਾਂ ਆਪਾਂ ਚਲੋ ਚਲੇ ਜਾਵਾਂਗੇ। ਪਰ ਸਕੂਨ ਨਹੀਂ ਆਉਂਦਾ ਕਿ ਇੱਥੋਂ ਜੇ ਥੋੜਾ ਜਿਹਾ ਵੀ ਸਾਈਡ ਤੇ ਹੁੰਨੇ ਆ ਕਿ ਮਨ ਇਹ ਕਹਿੰਦਾ ਕਿ ਨਹੀਂ ਉੱਥੇ ਹੀ ਰਹਿਣਾਗਾ। ਅੰਦੋਲਨ ਦੇ ਵਿੱਚ ਸਾਨੂੰ ਸਾਰਿਆਂ ਨੇ ਜ਼ਿੰਮੇਵਾਰੀ ਵੀ ਕਾਫੀ ਵੱਡੀ ਦਿੱਤੀ ਹੋਈ ਆ, ਕਿਉਂਕਿ ਅਸੀਂ ਇੱਕ ਸੰਗਤ ਦੀ ਸਹਾਇਤਾ ਦੇ ਨਾਲ ਉੱਥੇ ਇੱਕ ਸਰਾਂ ਬਣਾਈ ਹੈ ਟਿਕਰੀ ਬਾਰਡਰ ਦੇ ਉੱਤੇ, ਕਿਉਂਕਿ ਸਿੰਘੂ ਬਾਰਡਰ ਦੇ ਉੱਤੇ ਅਸੀਂ ਦੇਖਿਆ ਬਹੁਤ ਜ਼ਿਆਦਾ ਫੈਸਿਲਿਟੀਜ਼ ਨੇ, ਕਿਉਂਕਿ ਇੱਧਰ ਜੇ ਦੇਖਿਆ ਜਾਵੇ ਤਾਂ ਸਿਤਾਰੇ ਕਲਾਕਾਰ ਲੋਕ ਇੱਧਰ ਜ਼ਿਆਦਾ ਆਉਂਦੇ ਨੇ। ਤਾਂ ਉਧਰ ਵੈਸੇ ਇਕੱਲਾ ਜਿਹੜਾ ਆਪਾਂ ਕਹਦੇ ਕਿਸਾਨ ਹੈ, ਕਿਰਤੀ ਲੋਕ ਹੀ ਬੈਠੇ ਹੈਗੇ, ਤਾਂ ਅਸੀਂ ਉੱਥੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇੱਕ ਸਰਾਂ ਬਣਾਈ ਹੈ, ਕਾਫੀ ਵੱਡੀ ਹੈਗੀ। ਤਾਂ ਉਹ 200-250 ਬੰਦੇ ਦਾ ਅਰੇਂਜਮੈਂਟ ਹੈਗਾ। ਤਾਂ ਅਸੀਂ ਉੱਥੇ ਫਿਰ ਅਸੀਂ ਬਿਜ਼ੀ ਹੁੰਨੇ ਆਂਗੇ, ਔਰ ਸਾਡੇ ਕੋਲੇ ਕਾਫੀ ਜ਼ਿਆਦਾ ਜਿਹੜਾ ਸਮਾਨ ਵਗੈਰਾ ਉਹ ਆਉਂਦਾ ਰਹਿੰਦਾ ਗਾ, ਜਾਂ ਕਦੇ ਸਟੇਜ ਦੀ ਰਿਸਪੌਂਸਿਬਿਲਟੀ, ਤਾਂ ਸਾਰੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਤੋਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਹਰ ਰੋਜ਼ ਜਿਹੜਾ ਇਕੱਠ ਉਹ ਵੱਧ ਰਿਹਾ ਗਾ। ਤਾਂ ਅਸੀਂ ਕਹਿ ਦਈਏ ਸਿਰ ਖੁਰਕਣ ਦਾ ਵੀ ਟਾਈਮ ਨਹੀਂ ਗਾ, ਤਾਂ ਘਰ ਜਾਣ ਦਾ ਤਾਂ ਟਾਈਮ ਨਹੀਂ ਹੈਗਾ ਇਸ ਵੇਲੇ, ਤੇ ਨਾ ਹੀ ਇਹ ਟਾਈਮ ਸਾਨੂੰ ਲੱਗਦਾ ਕਿ ਸੋ ਮੇਰਾ ਜਿਹੜਾ ਬੇਟਾ ਸੀਗਾ, ਬੇਟਾ ਮੇਰੇ ਕੋਲੇ ਮੇਰਾ 6 ਸਾਲ ਦਾ ਬੇਟਾ, ਉਹ ਮੇਰੇ ਕੋਲੇ ਇੱਥੇ ਆ ਕੇ ਇੱਕ ਰਾਤ ਗੁਜ਼ਾਰ ਕੇ ਚਲਾ ਗਿਆ। ਵੈਸੇ ਜਾਣ ਵੇਲੇ ਬਹੁਤ ਰੋ ਰਿਹਾ ਸੀ, ਉਦੋਂ ਵੀ ਬੜਾ ਮਨ ਭਾਵੁਕ ਹੋਇਆ ਸੀ, ਪਰ ਚਲੋ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਛੋਟੀਆਂ ਗੱਲਾਂ ਨੇ। ਪ੍ਰਮਾਤਮਾ ਸਾਰਾ ਕੁਝ ਜਿਹੜਾ ਉਹ ਆਪਣੇ ਅੰਗ ਸੰਗ ਹੈਗਾ, ਚੜ੍ਹਦੀ ਕਲਾ 'ਚ ਸਾਨੂੰ ਰੱਖੇ। ਇਸ ਤਰੀਕੇ ਦੇ ਨਾਲ ਹੀ ਅਸੀਂ ਅੰਦੋਲਨ ਨੂੰ ਅੱਗੇ ਲੜਾਂਗੇ। ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਤੋਂ ਤੁਸੀਂ ਆਏ ਹੋ, ਜਦੋਂ ਆਸਟ੍ਰੇਲੀਆ ਆਏ ਹੋ ਸ਼ੁਰੂ ਤੋਂ ਉਦੋਂ ਸੰਘਰਸ਼ ਹੋ ਚੁੱਕਾ ਹੈ, 5 ਜੂਨ ਨੂੰ ਸ਼ੁਰੂ ਹੋ ਚੁੱਕਾ ਸੀਗਾ। ਹਰਿਆਣਾ ਔਰ ਪੰਜਾਬ ਦੇ ਕਿਸਾਨਾਂ ਨੇ ਮੋਰਚਾ 5 ਜੂਨ ਨੂੰ ਹੀ ਖੋਲ੍ਹਤਾ ਸੀਗਾ। ਆਸਟ੍ਰੇਲੀਆ ਜਦੋਂ ਜਾਣਾ ਸੀ, ਤਰੀਕ ਕਿਹੜੀ ਤੈਅ ਕੀਤੀ ਸੀ ਕਿ ਫਲਾਈਟ ਅੱਜ ਵਾਪਸੀ ਹੈ ਮੇਰੀ? ਦੇਖੋ ਵੈਸੇ ਮੈਂ ਕਿਉਂਕਿ 6 ਸਾਲ ਬਾਅਦ ਆਇਆ ਸੀ, ਤਾਂ ਮੈਂ ਰਿਟਰਨ ਟਿਕਟ ਨਹੀਂ ਲੈਤੀ ਸੀ। ਤਾਂ ਰਿਟਰਨ ਟਿਕਟ ਨਹੀਂ ਲੈਤੀ ਸੀਗੀ, ਤਾਂ ਮੈਨੂੰ ਕੁਛ ਇੱਥੇ ਫੰਕਸ਼ਨ ਸੀਗੇ ਜਿਹੜੇ ਮੈਂ ਅਟੈਂਡ ਕਰਨੇ ਸੀਗੇ। 3-4 ਮਹੀਨਿਆਂ ਦਾ ਮੇਰਾ ਪ੍ਰੋਗਰਾਮ ਸੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਕੰਮ ਸ਼ੁਰੂ ਹੋਇਆ, ਤਾਂ ਮਤਲਬ ਸੱਚੇ ਦਿਲ ਦੀ ਗੱਲ ਕਰਾਂ ਤਾਂ ਮੈਨੂੰ ਨੀਂਦ ਆਉਣੋਂ ਹੀ ਬੰਦ ਹੋ ਗਈ ਸੀਗੀ, ਕਿਉਂਕਿ ਮੈਂ ਜਿਹੜੇ ਪੂੰਜੀਵਾਦ ਲੋਕਾਂ ਦਾ ਜਿਹੜਾ ਬਿਹੇਵੀਅਰ ਆ, ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਗਾ, ਕਿ ਜਿੱਥੇ ਪੂੰਜੀਵਾਦ ਲੋਕਾਂ ਦਾ ਜ਼ਿਆਦਾ ਆਪਾਂ ਕਹਿ ਦਈਏ ਕਿ ਜ਼ਿਆਦਾ ਜਿੱਥੇ ਉਹ ਲੋਕਾਂ ਦਾ ਕਬਜ਼ਾ ਗਾ, ਤਾਂ ਉੱਥੇ ਮਾਨਸਿਕ ਆਜ਼ਾਦੀ ਬਿਲਕੁਲ ਵੀ ਨਹੀਂ ਹੈਗੀ ਗੀ। ਤਾਂ ਮੈਂ ਕੀ ਫੀਲ ਕੀਤਾ ਗਾ ਬਾਹਰ ਰਹਿ ਕੇ ਵੀ ਕਿ ਉੱਥੇ ਮਾਨਸਿਕ ਆਜ਼ਾਦੀ ਨਹੀਂ ਹੈਗੀ ਸਾਨੂੰ। ਅਸੀਂ ਕਦੇ ਇਸ ਤਰੀਕੇ ਦੇ ਨਾਲ ਆਰਾਮ ਦੀ ਅਵਸਥਾ ਦੇ ਵਿੱਚ ਕਦੇ ਬੈਠ ਕੇ ਗੱਪਾਂ ਛੱਪਾਂ, ਜਾਂ ਸਾਡੀ ਜਿਹੜੀ ਆਜ਼ਾਦੀ ਆ ਉਹ ਬਿਲਕੁਲ ਖੋਈ ਜਾਂਦੀ ਹੈਗੀ। ਤਾਂ ਮੇਰੇ ਮਨ ਦੇ ਵਿੱਚ ਇਹ ਚੀਜ਼ ਸੀ ਕਿ ਨਹੀਂ, ਹੁਣ ਇਹ ਟਾਈਮ ਆ ਗਿਆ,
ਹੁਣ ਪਿੱਛੇ ਨਹੀਂ ਹਟ ਸਕਦੇਗੇ। ਚਾਹੇ ਅਸੀਂ ਕੁਝ ਕਰ ਸਕਦੇ ਹਾਂ ਜਾਂ ਨਹੀਂ, ਜਿੰਨਾ ਵੀ ਕਰ ਸਕਦੇ ਹਾਂ, ਜੇ ਨਹੀਂ ਵੀ ਕਰ ਸਕਦੇ ਤਾਂ ਜੇ ਅੱਜ ਉੱਥੇ ਚਲੇ ਗਏ ਤਾਂ ਬਿਲਕੁਲ ਰਿਗਰੈਟ ਹੋਊਗਾ ਕਿ ਕਿਉਂ ਆਏ। ਤਾਂ ਇਸ ਕਰਕੇ ਇਹ ਧਾਰ ਲਈ ਕਿ ਅਸੀਂ ਇਹ ਲੜਾਈ ਹੈ, ਸਾਡੀ ਲੜਾਈ ਹੈਗੀ, ਤੇ ਹਰ ਇੱਕ ਇਨਸਾਨ ਇਸ ਨੂੰ ਇਸ ਤਰੀਕੇ ਨਾਲ ਹੀ ਸੋਚ ਕੇ ਲੜ ਰਿਹਾ ਕਿ ਮੇਰੀ ਆਪ ਦੀ ਲੜਾਈ ਆ। ਅਸੀਂ ਕਿਸੇ ਦੇ ਬੁਲਾਏ ਤੇ ਨਹੀਂ ਆਏ ਹੋਏ, ਕੋਈ ਵੀ ਕਿਸੇ ਦੇ ਬੁਲਾਏ ਤੇ ਇੱਥੇ ਬੈਠਾ ਨਹੀਂ ਹੋਇਆਗਾ। ਜਿਹੜਾ ਅਨੁਸ਼ਾਸਨ ਵੀ ਬਣਾਇਆ ਤਾਂ ਹਰ ਇੱਕ ਨੇ ਆਪ ਬਣਾਇਆ ਹੋਇਆਗਾ। ਸੋ ਇੱਕ ਗੱਲ ਹੈ, ਇੱਕ ਬਲੱਡ ਲਾਈਨ ਹੈ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਬਲੱਡ ਲਾਈਨ ਹੀ ਐਸੀ ਬਣੀ ਹੈਗੀ ਸਾਡੀ ਕਿ ਇਹਨਾਂ ਨੂੰ ਜਦੋਂ ਵੀ ਕਦੇ ਐਸਾ ਵੱਡਾ ਇਹਨਾਂ ਤੇ ਹਮਲਾ ਹੋਇਆ ਤਾਂ ਇਹ ਇਕੱਠੇ ਹੋਇਆ ਤੇ ਚੜ੍ਹਦੀ ਕਲਾ ਦੇ ਵਿੱਚ ਲੜੇ ਆ। ਤੁਸੀਂ ਸਦਾ ਹੀ ਚੜ੍ਹਦੀ ਕਲਾ ਦੇ ਵਿੱਚੋਂ। ਤੇ ਜੇਕਰ ਗੱਲ ਹੋਣ ਦੀ ਤੇ ਅੱਜ ਇੱਧਰ ਆਏ ਹੋ ਟਿਕਰੀ ਤੋਂ ਸਿੰਘੂ ਬਾਰਡਰ ਵੱਲ, ਉਧਰਲਾ ਮਾਹੌਲ ਤੇ ਇਹ ਮਾਹੌਲ ਥੋੜਾ ਜਿਹਾ ਬਿਆਨ ਜ਼ਰੂਰ ਕਰਿਓ ਦੋਨੇ ਪਾਸਿਆਂ ਦਾ। ਕਾਫੀ ਜ਼ਿਆਦਾ ਫਰਕ ਹੈ ਜੀ, ਕਿਉਂਕਿ ਸਿੰਘੂ ਬਾਰਡਰ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਇੱਥੇ ਜਥੇਬੰਦੀਆਂ ਦੇ ਵੀ ਸਾਰੇ ਆਗੂ ਔਰ ਜਿਹੜੀਆਂ ਮੀਟਿੰਗਸ ਵਗੈਰਾ ਵੀ ਇੱਥੇ ਹੁੰਦੀਆਂ, ਪ੍ਰੈਸ ਕਾਨਫਰੰਸ ਵਗੈਰਾ ਵੀ ਸਾਰੀ ਇੱਥੇ ਹੁੰਦੀ ਹੈ। ਔਰ ਵੈਸੇ ਵੀ ਅਟਰੈਕਸ਼ਨ ਹੈ ਜਿਹੜੀ ਲੋਕਾਂ ਦੀ। ਟਿਕਰੀ ਬਾਰਡਰ ਤਾਂ ਕਈ ਵਾਰੀ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਲੱਗਦਾ ਹੀ ਨਹੀਂ ਕਿ ਐਡਾ ਵੱਡਾ ਉੱਥੇ ਸੰਘਰਸ਼ ਚੱਲ ਰਿਹਾ ਹੈ, ਜਦੋਂ ਕਿ ਇਸ ਜਗ੍ਹਾ ਤੋਂ ਬਹੁਤ ਜ਼ਿਆਦਾ ਵੱਡਾ ਅੰਦੋਲਨ ਉੱਥੇ ਹੋ ਰਿਹਾ ਹੈਗਾ। ਬਹੁਤ ਜ਼ਿਆਦਾ ਭੀੜ ਵੀ ਜ਼ਿਆਦਾ ਉੱਥੇ ਹੈਗੀ, ਜਿੰਨੇ ਲੋਕ ਆ ਉਹ ਉੱਥੇ ਜ਼ਿਆਦਾ ਨੇ। ਔਰ ਗਰਾਊਂਡ ਰਿਐਲਿਟੀ ਦੇ ਉੱਤੇ ਜੇ ਗੱਲ ਕਰੀਏ ਤਾਂ ਉੱਥੇ ਕਦੇ ਵੀ ਜਿਹੜੇ ਸਾਨੂੰ ਸ਼ਿਕਵਾ ਵੀ ਹੈਗਾ ਤੁਹਾਡੇ ਨਾਲ ਕਿ ਪ੍ਰੈਸ ਵੀ ਨਹੀਂ ਉੱਥੇ ਕਦੇ ਆਏਗੀ। ਬਿਲਕੁਲ ਅਸੀਂ ਉਹਨਾਂ ਨੂੰ ਕਈ ਵਾਰੀ ਦੇਖਿਆ। ਅਸੀਂ ਪਰਸੋਂ ਕਮਰ ਗਰੇਵਾਲ ਵੀਰ ਵਰਗੇ ਸਾਰੇ ਸਾਡੇ ਨਾਲ ਆਏ ਸੀ, ਅਸੀਂ ਸਫਾਈ ਮੁਹਿੰਮ ਕੀਤੀ ਸੀ, ਉਦੋਂ ਇੱਕਾ ਦੁੱਕਾ ਸਾਨੂੰ ਰਿਪੋਰਟਰ ਮਿਲੇ ਸੀ, ਅਦਰਵਾਈਜ਼ ਸਾਨੂੰ ਕਦੇ ਉੱਥੇ ਰਿਪੋਰਟ ਹੀ ਨਹੀਂ ਆਏਗੇ। ਤੇ ਚਲੋ ਇਹਨਾਂ ਕਾਰਨਾਂ ਕਰਕੇ ਚੀਜ਼ਾਂ ਲੱਗਦੀਆਂ ਨੇ। ਤਾਂ ਜਿੱਥੇ ਸੈਲੀਬ੍ਰਿਟੀਜ਼ ਆਉਂਦੀਆਂ ਨੇ ਤਾਂ ਸੁਭਾਵਿਕ ਚੀਜ਼ ਹੋ ਜਾਂਦੀ ਹੈ ਕਿ ਉੱਥੇ ਹਰ ਇੱਕ ਬੜੀ ਭਰਮਾਰ ਹੋ ਜਾਂਦੀ ਹੈਗੀ। ਤਾਂ ਉਹ ਉੱਥੇ ਬੜਾ ਰਿਐਲਿਟੀ ਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਕਰਾਂ ਤਾਂ ਹੁਣ ਹੌਲੀ ਹੌਲੀ ਬੜਾ ਫਰਕ ਪੈ ਰਿਹਾ ਹੈਗਾ। ਪਰ ਜ਼ਮੀਨ ਅਸਮਾਨ ਦਾ ਫਰਕ ਆ ਇੱਥੋਂ ਦਾ ਤੇ ਉੱਥੋਂ ਦਾ। ਇੱਥੇ ਜ਼ਿਆਦਾ ਜੇ ਆਪਾਂ ਕਹੀਏ ਰੌਣਕ ਹੈ, ਜ਼ਿਆਦਾ ਆਪਾਂ ਕਹਿ ਦਈਏ ਕਿ ਜਿਸ ਤਰੀਕੇ ਨਾਲ ਮੇਲੇ ਵਾਲਾ ਮਾਹੌਲ ਹੈ, ਉੱਥੇ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਸੰਘਰਸ਼ ਚੱਲ ਰਿਹਾ ਹੈਗਾ, ਉਸ ਤਰੀਕੇ ਦਾ ਮਾਹੌਲ ਹੈਗਾ। ਹਾਂ, ਗੱਲ ਕਰ ਲੈਂਦੇ ਕਿ ਹੁਣ ਨਵਾਂ ਸਾਲ ਕੁਛ ਘੜੀ ਰਹਿ ਗਈ ਹੈ ਚੜ੍ਹਨ ਦੇ ਵਿੱਚ। ਕੀ ਲੱਗਦਾ ਕਿ 45 ਸਾਡੇ 46 ਜਿਹੜੇ ਕਿਸਾਨ ਨੇ ਜਾਨ ਕੁਰਬਾਨ ਕਰ ਚੁੱਕੇ ਨੇ, ਸਾਨੂੰ ਇਹ ਮਨਾਉਣਾ ਚਾਹੀਦਾ ਆ? ਬਿਲਕੁਲ ਜੀ, ਸਾਡੀਆਂ ਮੰਗਾਂ ਦੀ ਗੱਲ ਜਿੱਥੋਂ ਤੱਕ ਕਰਦੇ ਹਾਂ, ਜਿੱਥੋਂ ਤੱਕ ਗੱਲ ਕਰਦੇ ਆ ਸੋਧ, ਜਿੱਥੋਂ ਤੱਕ ਉਹ ਗੱਲ ਕਰਦੇ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ। ਕਿਉਂਕਿ ਮੈਂ ਆਪ ਖੁਦ ਲਾਅ ਦਾ ਸਟੂਡੈਂਟ ਰਿਹਾਂਗਾ। ਕਾਫੀ ਜ਼ਿਆਦਾ ਪ੍ਰੋਵੀਜ਼ਨਸ ਨੂੰ ਲੰਘ ਕੇ, ਕਾਫੀ ਜ਼ਿਆਦਾ ਪ੍ਰੋਵੀਜ਼ਨਸ ਨੂੰ ਇਹਨਾਂ ਨੇ ਅੱਖੋਂ ਪਰੋਖੇ ਕਰਕੇ ਇਹ ਜਿਹੜਾ ਕਾਨੂੰਨ ਹੈਗਾ ਇਹ ਬਣਾਇਆਗਾ। ਤਾਂ ਜਿੱਥੇ ਸਟੇਟ ਦਾ ਰਾਈਟ ਹੈ, ਰਾਈਟ ਇਹ ਸਟੇਟ ਦਾ ਰਾਈਟ ਹੈ, ਸਬਜੈਕਟ ਵੀ ਸਟੇਟ ਦਾ ਹੈਗਾ, ਸੈਂਟਰ ਦਾ ਇਹ ਸਬਜੈਕਟ ਨਹੀਂ ਹੈਗਾ। ਹੁਣ ਸੈਂਟਰ ਵਾਲੇ ਕੀ ਕਹਿ ਰਹੇ ਹੈਗੇ ਕਿ ਸਾਨੂੰ ਕੱਲੀ ਜਿਲਤ ਰੱਖ ਦੇਣ ਦਿਓ, ਅਸੀਂ ਵਿੱਚੋਂ ਸਾਰਾ ਕੁਝ ਕੱਢ ਦਿੰਨੇ ਹੈਗੇ। ਜੇ ਇਹ ਚੀਜ਼ ਵੀ ਹੁੰਦੀ ਹੈਗੀ ਤਾਂ ਵੀ ਫਿਰ ਇੱਕ ਹਿਸਾਬ ਨਾਲ ਤਾਂ ਅਸੀਂ ਇੱਕ ਗੱਲ ਤਾਂ ਐਗਰੀ ਕਰ ਰਹੇ ਹਾਂ ਨਾ ਕਿ ਉਹਨਾਂ ਦਾ ਰਾਈਟ ਹੈਗਾ ਕਿ ਤੁਸੀਂ ਇਹਦੇ ਤੇ ਕਾਨੂੰਨ ਬਣਾ ਸਕਦੇ ਹੋ। ਤਾਂ ਮਤਲਬ ਕੀ ਹੈਗਾ ਕਿ ਇਹਨੂੰ ਬਿਲਕੁਲ ਰੱਦ ਇਸ ਕਰਕੇ ਕਰਵਾਉਣਾਗਾ ਕਿ ਇਹ ਤੁਹਾਡਾ ਡਿਸੀਜਨ ਲੈਣ ਦਾ ਇਹ ਰਾਈਟ ਹੀ ਨਹੀਂ ਹੈਗਾ। ਤੁਸੀਂ ਇਹਦਾ ਡਿਸੀਜਨ ਲੈ ਹੀ ਨਹੀਂ ਸਕਦੇ। ਇਹ ਸਟੇਟ ਦਾ ਰਾਈਟ ਹੈ, ਸਟੇਟ ਦਾ ਕਾਨੂੰਨ ਹੈ, ਸਟੇਟ ਹੀ ਬਣਾਊਗੀ। ਫਸਲਾਂ ਦਾ ਭਾਅ ਜਾਂ ਇਸ ਦੇ ਬਾਰੇ 'ਚ ਜਿੰਨਾ ਖੇਤੀਬਾੜੀ ਤੇ ਕਿਸਾਨੀ ਦੇ ਸੰਬੰਧੀ ਜਿਹੜੇ ਕਾਨੂੰਨ ਹੈਗੇ ਉਹ ਸਟੇਟ ਹੀ ਬਣਾ ਸਕਦੀ ਆ। ਸੋ ਇਹਦੇ 'ਚ ਤਾਂ ਕੋਈ ਮਸਲਾ ਹੀ ਨਹੀਂਗਾ ਕਿ ਸੈਂਟਰ ਨੇ ਇਲੀਗਲ ਤਰੀਕੇ ਦੇ ਨਾਲ ਇਹ ਕਾਨੂੰਨ ਆ ਜਿਹੜਾ ਕਰੋਨਾ ਕਾਲ ਦੇ ਵਿੱਚ ਚੋਰਾਂ ਦੀ ਤਰ੍ਹਾਂ ਰਾਤ ਨੂੰ ਲਿਆਂਦਾ। ਇਹਨਾਂ ਨੂੰ ਇਹ ਸੀ ਕਿ ਲੋਕ ਘਰਾਂ 'ਚ ਬੜੇ ਹੋਏ ਨੇ ਤੇ ਸਾਰੀ ਦੁਨੀਆ ਦੇ ਉੱਤੇ ਕਾਰਪੋਰੇਟ ਸੈਕਟਰ ਨੇ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਸੀ। ਜੇ ਬੁਹਾਨ ਸ਼ਹਿਰ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਕਰੋਨਾ ਕਾਲ ਤੋਂ ਪਹਿਲਾਂ 5G ਟਾਵਰਾਂ ਪਿੱਛੇ ਬੜੇ ਵੱਡੇ ਅੰਦੋਲਨ ਹੋ ਰਹੇ ਸੀ ਜਦੋਂ ਕਰੋਨਾ ਆਇਆਗਾ। ਤਾਂ ਪਰ ਇਹਨਾਂ ਨੂੰ ਕਿਤੇ ਇਹ ਚੀਜ਼ ਪਤਾ ਨਹੀਂ ਸੀ ਕਿ ਜਿਹੜੇ ਪੰਜਾਬੀ ਆ ਇਹ ਲੋਕ ਨਹੀਂ ਹਟਣਗੇ। ਤੁਸੀਂ ਜਿੰਨੀਆਂ ਮਰਜ਼ੀ ਕਰੋਨਾ ਦੀਆਂ ਗੱਲਾਂ ਕਰ ਲਓ। ਹੁਣ ਦਿੱਲੀ ਦੇ ਅੰਦਰ ਜੇ ਤੁਸੀਂ ਦੇਖੋਗੇ ਕੋਈ ਇਨਸਾਨ ਮਾਸਕ ਤੋਂ ਹਰ ਇੱਕ ਬੰਦੇ ਦੇ ਅੰਦਰ ਡਰ ਹੈ। ਔਰ ਦੇਖੋ ਇੱਥੇ ਲੱਖਾਂ ਲੋਕ ਬੈਠੇ ਆ, ਗੁਰੂ ਸਾਹਿਬ ਦਾ ਲੰਗਰ ਹੈ, ਜਿਹੜੇ ਸਾਂਝੇ ਇੱਕ ਜਗ੍ਹਾ ਤੇ ਅਸੀਂ ਖਾ ਪੀ ਰਹੇ ਹਾਂ। ਕਿਸੇ ਇੱਕ ਇਨਸਾਨ ਨੂੰ ਵੀ ਕੋਈ ਕਰੋਨਾ ਨਹੀਂ। ਔਰ ਜਿੰਨੇ ਵੀ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਉਹ ਕੋਈ ਹੋਰ ਰੀਜ਼ਨ ਕਰਕੇ ਹੋਈਆਂ ਨੇ, ਕਿਸੇ ਦਾ ਵੀ ਕਰੋਨਾ ਨਾਲ ਨਹੀਂ ਹੋਇਆ। ਸੋ ਜਿੱਥੋਂ ਤੱਕ ਗੱਲ ਕਰਦੇ ਹਾਂ ਕਿ ਇੰਨੀਆਂ ਸ਼ਹਾਦਤਾਂ ਸਾਡੀਆਂ ਹੋ ਗਈਆਂ ਨੇ, ਉਹਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਉਹਨਾਂ ਦੇ ਭਾਣੇ 'ਚ ਰਹਿਣ ਦਾ ਬਲ ਬਖਸ਼ੇ ਉਹਨਾਂ ਦੇ ਘਰਦਿਆਂ ਨੂੰ ਔਰ ਸਾਰੇ ਸਾਡੀ ਕੌਮ ਨੂੰ। ਤਾਂ ਜਿੱਥੋਂ ਤੱਕ ਆ ਗਈ ਗੱਲ ਕਾਨੂੰਨਾਂ ਦੀ, ਕਾਨੂੰਨ ਤਾਂ ਸਿੱਧੀ ਜੀ ਗੱਲ ਅਸੀਂ ਇਹ ਕਰਕੇ ਆਏ ਹਾਂ ਕਿ ਕਾਨੂੰਨ ਤਾਂ ਰੱਦ ਹੋਣਗੇ, ਅਸੀਂ ਵਾਪਸ ਆਵਾਂਗੇ, ਨਹੀਂ ਅਸੀਂ ਵਾਪਸੀ ਨਹੀਂ ਆਵਾਂਗੇ। ਆਸਟ੍ਰੇਲੀਆ ਵਾਲੇ ਦੋਸਤ ਫੋਨ ਕਰਦੇ ਨੇ ਕਿ ਭਈ ਆ ਜਾ ਸੁਖਜੀਤ ਵਾਪਸ। ਨਹੀਂ, ਹੁਣ ਤਾਂ ਦੇਖੋ ਜੀ ਉਹਨਾਂ ਦਾ ਵੀ ਇਹ ਹੈ ਕਿ ਅਸੀਂ ਆ ਜਾਈਏ ਕਿਸੇ ਹਿਸਾਬ ਨਾਲ।
ਚਲੋ ਉੱਥੋਂ ਦੀ ਲਾਈਫ ਹੀ ਐਸੀ ਹੈਗੀ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਡਰ ਲੱਗਦਾ ਹੈਗਾ ਕਿ ਬੱਚਨ ਦੀ ਆਜ਼ਾਦੀ ਖੋਈ ਜਾਂਦੀ ਹੈ, ਕਿਉਂਕਿ ਉੱਥੋਂ ਦੀ ਲਾਈਫ ਹੀ ਐਸੀ ਹੈਗੀ ਕਿ ਤੁਸੀਂ 1 ਘੰਟਾ 2 ਘੰਟੇ ਇੱਕ ਦਿਨ ਵੀ ਪਾਸੇ ਨਹੀਂ ਜਾ ਸਕਦੇ। ਤਾਂ ਤੁਹਾਡੀ ਜਿਹੜੀ, ਕਿਉਂਕਿ ਉਹਨਾਂ ਨੇ ਨਾ ਲੋਕਾਂ ਨੂੰ ਇਕਨੋਮਿਕ ਐਸਪੈਕਟ ਤੋਂ ਲੋਕਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈਗਾ। ਇੱਕ ਇਨਸਾਨ ਨੇ, ਕਿਸੇ ਨੇ ਘਰ ਬਣਾ ਲਿਆ 25 ਸਾਲ ਉਹਦੇ ਤੇ ਲੱਗਿਆ ਹੋਇਆ ਹੈਗਾ। ਸੋ ਐਸੀਆਂ ਚੀਜ਼ਾਂ ਨੇ, ਲੋਕ ਬੜੇ ਫਸੇ ਹੋਏ ਨੇ। ਪਰ ਜੇ ਕੈਨੇਡਾ ਦੀ ਵੀ ਗੱਲ ਕਰਾਂ, ਆਸਟ੍ਰੇਲੀਆ, ਚਾਹੇ ਆਪਣੇ USA, ਜਿੰਨੇ ਵੀ ਸਾਡਾ ਫਰੈਂਡ ਸਰਕਲ ਹੈਗਾ ਫੋਨ ਕਰਦੇ ਆ, ਤਾਂ ਮਤਲਬ ਰਾਤ ਨੂੰ ਬੈਠ ਕੇ ਸਾਰੀ ਰਾਤ ਲੋਕ ਉਹ ਦੇਖਦੇ ਰਹਿੰਦੇ ਕਿ ਪੰਜਾਬ ਤੋਂ ਕੀ ਨਤੀਜਾ ਆਊਗਾ, ਕਿ ਅਸੀਂ ਦੇਖਾਂਗੇ ਕਿ ਕੋਈ ਵਧੀਆ ਰਿਜ਼ਲਟ ਨਿਕਲ ਕੇ ਆਊਗਾ। ਔਰ ਉਹਨਾਂ ਦੀ ਆਤਮਾ ਇੱਥੇ ਹੀ ਹੈਗੀ ਤੇ ਉਹ ਕਹਿੰਦੇ ਵੀ ਕੋਈ ਨਹੀਂ, ਤੁਸੀਂ ਡਟੇ ਰਹੋ, ਜਿਸ ਕਿਸੇ ਦੀ ਵੀ ਮਦਦ ਦੀ ਲੋੜ ਆ ਅਸੀਂ ਤੁਹਾਡੀ ਸਾਰੀ ਹਰੇਕ ਪੱਖ ਤੋਂ ਕਰਾਂਗੇ। ਤਾਂ ਉਹ ਸਾਰੇ ਸਾਡੇ ਨਾਲ ਨੇ। ਫਤਿਹ ਹੋਏਗੀ, ਜ਼ਰੂਰ ਹੋਏਗੀ, ਇਸੇ ਆਸ 'ਚ ਬੈਠੇ ਆ ਫਤਿਹ ਦੇ ਲਈ। ਸੋ ਜਦੋਂ ਫਤਿਹ ਹੋਣੀ ਉਦੋਂ ਕੀ ਸੋਚਿਆ ਕਿ ਕੀ ਕਰਨਾ ਆ? ਦੇਖੋ ਜੀ, ਮੈਂ ਤਾਂ ਬਹੁਤ, ਮੈਨੂੰ ਤਾਂ ਇਹ ਲੱਗਦਾ ਗਾ ਕਿ ਸਾਨੂੰ ਮੰਥਨ ਕਰਨਾ ਚਾਹੀਦਾ, ਮਹਾ ਮੰਥਨ ਹੋਣਾ ਚਾਹੀਦਾ ਕਿ ਕਿਸਾਨਾਂ ਦਾ, ਕਿ ਜਿੱਥੇ ਅਸੀਂ ਪਹਿਲਾਂ ਖੜੇ ਸੀ ਉਹ ਵੀ ਕੋਈ ਜ਼ਿਆਦਾ ਵਧੀਆ ਪੋਜੀਸ਼ਨ ਦੇ ਵਿੱਚ ਕਿਸਾਨ ਨਹੀਂ ਖੜਾ ਸੀ, ਉਦੋਂ ਵੀ ਖੁਦਕੁਸ਼ੀਆਂ ਹੋ ਰਹੀਆਂ ਸੀ। ਤਾਂ ਕੀ ਚਾਹੀਦਾ ਗਾ ਕਿ ਅਸੀਂ ਗਰਾਊਂਡ ਰਿਐਲਿਟੀ ਦੇ ਉੱਤੇ ਆ ਕੇ ਇਸ ਚੀਜ਼ ਨੂੰ ਸਮਝ ਗਏ ਕਿ ਪਾਵਰ ਆਈਡੀ ਸਾਡੇ ਪੰਚਾਇਤ ਲੈਵਲ ਤੱਕ ਵੀ ਹੋਵੇ, ਸਾਡੀਆਂ ਸਟੇਟਾਂ ਤੋਂ ਲੈ ਕੇ ਪਿੰਡਾਂ ਤੱਕ ਲੋਕਾਂ ਕੋਲੇ ਪਾਵਰਾਂ ਹੋਣ, ਆਪਣੀਆਂ ਫਸਲਾਂ ਦੇ ਰੇਟ ਤੈਅ ਕਰਨ ਦੀਆਂ, ਇਹਨਾਂ ਚੀਜ਼ਾਂ ਦੀਆਂ ਜਿਹੜਾ ਇਹ ਸਟਰਕਚਰ ਹੈਗਾ, ਇਹ ਕੋਈ ਚਾਹੇ ਸਵਾਮੀਨਾਥਨ ਰਿਪੋਰਟ ਹੋਵੇ, ਉਸ ਤਰੀਕੇ ਦੀਆਂ ਅਸੀਂ ਚਾਹੁੰਦੇ ਹਾਂ ਕਿ ਇਸ ਅੰਦੋਲਨ ਤੋਂ ਖਤਮ ਹੋਣ ਤੋਂ ਬਾਅਦ ਵੀ ਅੱਗੇ ਕੋਈ ਐਸਾ ਕੋਈ ਨਾ ਕੋਈ ਇੱਕ ਵਧੀਆ ਤਰੀਕੇ ਦਾ ਆਪਾਂ ਕਹਿ ਦਈਏ ਕਿ ਕੋਈ ਜਿਸ ਨੂੰ ਆਪਾਂ ਫੋਲੋ ਕਰ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ, ਕਿਸਾਨ ਜਿਸ ਨੂੰ ਅਪਣਾ ਸਕਣ, ਇੱਕ ਮਾਡਲ ਐਸਾ ਇੱਕ ਤਿਆਰ ਕੀਤਾ ਜਾਵੇ। ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਤ ਹੋਊਗੀ। ਔਰ ਇਸ ਤੋਂ ਬਾਅਦ ਹੋਰ ਕਿੱਡੀਆਂ ਵੱਡੀਆਂ ਮੁਹਿੰਮਾਂ ਨੇ ਜਿਹੜੀਆਂ ਪੰਜਾਬ ਦੇ, ਜਿਵੇਂ ਆਪਾਂ ਕਹਿੰਦੇ ਨਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਤਾਂ ਬਹੁਤ ਜ਼ਿਆਦਾ ਸਾਡੇ ਅੱਗੇ ਹੋਰ ਸਾਰੀਆਂ ਹਰਡਲਸ ਪਈਆਂ ਨੇ। ਤਾਂ ਮੈਂ ਪੰਜਾਬ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਦੇਵਾਂਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿੰਨੇ ਸਾਡੇ ਮਸਲੇ ਹੈਗੇ ਉਹਨਾਂ ਨੂੰ ਵੀ ਆਪਾਂ ਸੁਲਝਾਈਏ। ਹੁਣ ਜਦੋਂ ਇਕੱਠੇ ਹੋ ਗਏ ਆ, ਭਾਈਚਾਰਾ ਇਕੱਠਾ ਹੋ ਗਿਆ ਗਾ, ਤਾਂ ਅੱਗੇ ਵਧਣਾ ਚਾਹੀਦਾ ਗਾ। ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਤੁਹਾਡਾ ਵੀ ਸ਼ੁਕਰੀਆ, ਤੁਹਾਡੇ ਨਾਲ ਗੱਲ ਜਿਹੜੀ ਘੱਟ ਹੋਈ ਆ ਪਰ ਗੱਲਾਂ ਬਾ ਕਮਾਲ ਸੀ ਸੁਖਜੀਤ ਦੀਆਂ। ਸੋ ਸ਼ੁਕਰੀਆ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ।